ਡੀਅਰ ਸਟੂਡੈਂਟ, ਪਹਿਲਾਂ ਅਸੀਂ ਗੁਰਦਿਆਲ ਸਿੰਘ ਜੀ ਦੀ ਰਚਨਾ ਨਾਵਲ ਮੜੀ ਦਾ ਦੀਵਾ ਦੇ ਕਾਂਡ ਨੰਬਰ 9 ਦੇ ਪੇਜ ਨੰਬਰ 73 ਦੀ ਰੀਡਿੰਗ ਕਰ ਚੁੱਕੇ ਹਾਂ ਅਤੇ ਅੱਜ ਅਸੀਂ ਪੇਜ ਨੰਬਰ 74 ਤੇ 75 ਦੀ ਰੀਡਿੰਗ ਕਰਨੀ ਹੈ। ਪਰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਜੋ ਅਸੀਂ ਪੇਜ ਨੰਬਰ 73 ਪੜ੍ਹ ਚੁੱਕੇ ਹਾਂ ਉਸ ਸੰਬੰਧੀ ਸੰਖੇਪ ਵਿੱਚ ਜਾਣਕਾਰੀ ਦੇਵਾਂਗੀ। ਓਕੇ ਸਟੂਡੈਂਟਸ, ਕਾਂਡ 9 ਸਾਡੀ ISC ਬੋਰਡ ਵੱਲੋਂ ਪ੍ਰਵਾਨਿਤ ਪੁਸਤਕ ਨਾਵਲ ਮੜੀ ਦਾ ਦੀਵਾ ਵਿੱਚੋਂ ਲਿਆ ਗਿਆ ਹੈ, ਜੋ ਕਿ ਗੁਰਦਿਆਲ ਸਿੰਘ ਜੀ ਦੀ ਸ਼ਾਹਕਾਰ ਰਚਨਾ ਹੈ। ਇਸ ਕਾਂਡ ਦੇ ਆਰੰਭ ਵਿੱਚ ਅਸੀਂ ਪੜ੍ਹਦੇ ਹਾਂ ਕਿ ਧਰਮ ਸਿੰਘ ਜਦੋਂ ਜਗਸੀਰ ਦੇ ਘਰ ਤੋਂ ਮੁੜਿਆ ਤਾਂ ਉਹ ਆਪਣੇ ਘਰ ਜਾਣ ਦੀ ਥਾਂ ਸਿੱਧਾ ਖੇਤ ਨੂੰ ਚਲਾ ਗਿਆ। ਉਸਨੇ ਖੇਤ ਜਾ ਕੇ ਟਾਹਲੀ ਛਾਂਗ ਦੇ ਮਜ਼ਦੂਰਾਂ ਨੂੰ ਸਾਰੀ ਗੱਲ ਪੁੱਛੀ। ਉਸ ਸਮੇਂ ਮਜ਼ਦੂਰਾਂ ਨੇ ਉਸ ਨੂੰ ਦੱਸਿਆ ਕਿ ਭੰਤਾ ਮੰਡੀ ਵਾਲੇ ਸ਼ਾਹਾਂ ਨਾਲ ਟਾਹਲੀ ਦਾ ਸੌਦਾ ਕਰ ਆਇਆ ਸੀ। ਇਹ ਸੁਣਦਿਆਂ ਹੀ ਧਰਮ ਸਿੰਘ ਬਿਨਾਂ ਕੁਝ ਬੋਲੇ ਉੱਥੋਂ ਘਰ ਵਾਪਸ ਆ ਗਿਆ ਅਤੇ ਘਰ ਪਹੁੰਚ ਕੇ ਗਰਨਿਆਂ ਦੀ ਇੱਕ ਥੱਬੀ ਚੁੱਕ ਕੇ ਬਾਹਰਲੇ ਘਰ ਵਾੜੇ ਵਿੱਚ ਜਾ ਬੈਠਾ। ਥੋੜ੍ਹੀ ਦੇਰ ਬਾਅਦ ਉਸ ਦੀ ਨਿੱਕੀ ਕੁੜੀ ਪਿੱਲੀ ਉਸ ਲਈ ਰੋਟੀ ਲੈ ਆਈ। ਜਦ ਧਰਮ ਸਿੰਘ ਉਸ ਨੂੰ ਉਸ ਦੀ ਬੇਬੇ ਦੇ ਰੋਟੀ ਨਾ ਲਿਆਉਣ ਦਾ ਕਾਰਨ ਪੁੱਛਦਾ ਹੈ ਤਾਂ ਉਹ ਦੱਸਦੀ ਹੈ ਕਿ ਉਹ ਤਾਂ ਕੱਟੀ ਦੇ ਪੁੜੇ ਹੀ ਭੰਨੀ ਜਾਂਦੀ ਸੀ। ਪਿੱਲੀ ਦੀ ਇਸ ਭੋਲੀ ਜਿਹੀ ਗੱਲ ਨੇ ਧਰਮ ਸਿੰਘ ਨੂੰ ਉਦਾਸ ਵਿਚਾਰਾਂ ਵਿੱਚੋਂ ਇਸ ਤਰ੍ਹਾਂ ਬਾਹਰ ਕੱਢ ਲਿਆਂਦਾ ਜਿਵੇਂ ਖੂਹ ਵਿੱਚ ਡੁੱਬਦੇ ਦੇ ਹੱਥ ਕਿਸੇ ਲਾਸ਼ ਫੜਾ ਦਿੱਤੀ ਹੋਵੇ। ਇਸ ਲਈ ਉਹ ਖੁੱਲ੍ਹ ਕੇ ਠਹਾਕਾ ਮਾਰਦਾ ਹੈ। ਇਸ ਉਪਰੰਤ ਪਿੱਲੀ ਉਸ ਨੂੰ ਆਸੇ-ਪਾਸੇ ਸ਼ੱਕ ਭਰੀਆਂ ਨਜ਼ਰਾਂ ਨਾਲ ਤੱਕਦਿਆਂ ਦੱਸਦੀ ਹੈ ਕਿ ਬੇਬੇ ਤੇ ਭੰਤਾ ਪਰਸੋਂ ਹੌਲੀ-ਹੌਲੀ ਗੱਲਾਂ ਕਰਦੇ ਸਨ ਅਤੇ ਬੇਬੇ ਭੰਤੇ ਨੂੰ ਆਖਦੀ ਸੀ ਕਿ ਉਹ ਆਪਣੇ ਪਿਓ ਤੋਂ ਜ਼ਮੀਨ ਵੰਡਾ ਕੇ ਅੱਡ ਹੋ ਜਾਵੇ, ਨਹੀਂ ਤਾਂ ਉਸਨੇ ਸਾਰੀ ਲੋਕਾਂ ਨੂੰ ਖੁਆ ਦੇਣੀ ਹੈ। ਤਾਂ ਭੰਤੇ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਅਸੀਂ ਸਾਰੇ ਇੱਕ ਪਾਸੇ ਹੋ ਜਾਵਾਂਗੇ ਤੇ ਬਾਪੂ ਨੂੰ ਵਾੜੇ ਵਿੱਚ ਕੋਠਾ ਛੱਤ ਦਿਆਂਗੇ। ਓਕੇ ਬੇਟਾ, ਇੱਥੇ ਤੱਕ ਪਹਿਲਾਂ ਸਾਡੀ ਰੀਡਿੰਗ ਕੰਪਲੀਟ ਹੋ ਚੁੱਕੀ ਹੈ ਅਤੇ ਹੁਣ ਅਸੀਂ ਪੇਜ ਨੰਬਰ 74 ਤੋਂ ਰੀਡਿੰਗ ਸ਼ੁਰੂ ਕਰਨੀ ਹੈ। ਸਭ ਤੋਂ ਪਹਿਲਾਂ ਅਸੀਂ 74 ਪੇਜ ਦੇ ਵਰਡ ਮੀਨਿੰਗ ਡਿਸਕਸ ਕਰਾਂਗੇ। ਪਹਿਲਾ ਵਰਡ ਹੈ ਗੱਚ ਭਰ ਆਇਆ, ਮਨ ਭਰ ਆਇਆ। ਨੈਕਸਟ ਹੈ ਬਣਾਉਟੀ, ਨਕਲੀ। ਸੰਬਰਦਿਆਂ, ਸਾਫ਼ ਕਰਨਾ। ਸਚਿਆਰੀ, ਸਚਿਆਰੀ ਦਾ ਅਰਥ ਹੈ ਸਿਆਣੀ। ਨੈਕਸਟ ਵਰਡ ਹੈ ਛੱਪਰ, ਛੱਛੇ ਅਦਕ ਪੱਪਾ ਰਾਰਾ। ਠੀਕ ਹੈ, ਘਾਹ ਫੂਸ ਦੀ ਛੱਤ ਵਾਲਾ ਘਰ। ਨੈਕਸਟ ਵਰਡ ਹੈ ਘੱਟੇ, ਘੱਟਾ ਦਾ ਅਰਥ ਹੈ ਮਿੱਟੀ। ਬੱਗੀਆਂ ਬੱਗੀਆਂ, ਚਿੱਟੀਆਂ। ਚਿਰੜ ਚਿਰੜ ਕਰੂਗੀ, ਚਿਰੜ ਚਿਰੜ ਕਰਨਾ ਅਰਥ ਗੁੱਸਾ ਕਰਨਾ। ਕੰਮ ਦਾ ਡੱਕਾ ਨਹੀਂ ਤੋੜਦੀ, ਕੋਈ ਕੰਮ ਨਾ ਕਰਨਾ। ਵਡੂ ਖਾਊ ਕਰੀ ਜਾਊ, ਵਡੂ ਖਾਊ ਕਰਨਾ ਬੁਰਾ ਭਲਾ ਬੋਲਣਾ। ਨੈਕਸਟ ਵਰਡ ਹੈ ਦਿਲਾਸਾ ਦਿੱਤਾ, ਹੌਸਲਾ ਦਿੱਤਾ। ਠੀਕ ਹੈ, ਇਸ ਤੋਂ ਬਾਅਦ ਹੁਣ ਅਸੀਂ ਪੇਜ ਨੰਬਰ 74 ਦੀ ਰੀਡਿੰਗ ਸ਼ੁਰੂ ਕਰਨੀ ਹੈ। ਜੋ ਪਹਿਲੀਆਂ ਦੋ ਲਾਈਨਾਂ ਹਨ ਇਹ ਅਸੀਂ ਪਹਿਲਾਂ ਪੇਜ ਨੰਬਰ 73 ਦੇ ਨਾਲ ਰੀਡ ਕਰ ਚੁੱਕੇ ਹਾਂ। ਠੀਕ ਹੈ, ਨੈਕਸਟ ਰੀਡਿੰਗ ਹੈ ਧਰਮ ਸਿੰਘ ਦਾ ਗੱਚ ਭਰ ਆਇਆ ਸੀ। ਪਿੱਲੀ ਦੇ ਇੱਕ ਇੱਕ ਸ਼ਬਦ ਨਾਲ ਉਹਦੇ ਅੰਦਰ ਕਈ ਕਈ ਵਿਚਾਰ ਆ ਕੇ ਗੁੰਦੇ ਗਏ ਸਨ। ਜਦੋਂ ਪਿੱਲੀ ਨੇ ਆਪਣੀ ਗੱਲ ਮੁਕਾਈ ਤਾਂ ਇਹਨਾਂ ਵਿਚਾਰਾਂ ਦੇ ਅਸਰ ਹੇਠੋਂ ਸਾਰਾ ਜ਼ੋਰ ਲਾ ਕੇ ਉਹ ਮਸਾਂ ਨਿਕਲ ਸਕਿਆ ਤੇ ਬਣਾਉਟੀ ਮੁਸਕਾਨ ਨਾਲ ਬੋਲਿਆ, ਲੈ ਆਪਣਾ ਕੀ ਹੈ ਧੀਏ, ਇੱਥੇ ਰਹਿ ਪਿਆ ਕਰਾਂਗੇ ਤੇ ਇੱਥੇ ਤਾਂ ਬਾਪੂ ਡਰ ਲੱਗਿਆ ਕਰੂ ਤੈਨੂੰ ਇਕੱਲੇ ਨੂੰ। ਮੇਰੀ ਧੀ ਪਿੱਲੀ ਜੋ ਮੇਰੇ ਕੋਲ ਹੋਇਆ ਕਰੂ। ਹਾਂ ਚੰਗਾ, ਫਿਰ ਮੈਂ ਆ ਜਿਆ ਕਰੂੰ। ਇਹ ਗੱਲ ਪਿੱਲੀ ਨੇ ਏਡੇ ਵਿਸ਼ਵਾਸ ਨਾਲ ਆਖੀ ਕਿ ਧਰਮ ਸਿੰਘ ਨੂੰ ਏਡੇ ਗੰਭੀਰ ਵਿਚਾਰਾਂ ਦੀ ਪਕੜ ਵਿੱਚ ਹੁੰਦਿਆਂ ਵੀ ਹਾਸੀ ਆ ਗਈ। ਓਕੇ ਬੇਟਾ, ਹੁਣ ਦੇਖੋ ਜਦੋਂ ਧਰਮ ਸਿੰਘ ਦੀ ਧੀ ਪਿੱਲੀ ਉਸ ਨੂੰ ਇਹ ਦੱਸਦੀ ਹੈ ਕਿ ਉਸ ਦੀ ਬੇਬੇ ਧੰਨੋ ਆਪਣੇ ਵੱਡੇ ਪੁੱਤਰ ਭੰਤੇ ਨੂੰ ਇਹ ਆਖ ਰਹੀ ਸੀ ਕਿ ਉਹ ਆਪਣੇ ਪਿਓ ਦੇ ਨਾਲੋਂ ਜ਼ਮੀਨ ਵੰਡਾ ਕੇ ਅੱਡ ਹੋ ਜਾਵੇ ਤੇ ਨਾਲ ਹੀ ਭੰਤਾ ਵੀ ਆਪਣੀ ਬੇਬੇ ਨਾਲ ਇਹ ਸਲਾਹ ਕਰ ਰਿਹਾ ਸੀ ਕਿ ਉਹ ਸਾਰੇ ਪਰਿਵਾਰ ਦੇ ਜੀਅ ਇੱਕ ਪਾਸੇ ਹੋ ਜਾਣਗੇ ਅਤੇ ਧਰਮ ਸਿੰਘ ਨੂੰ ਬਾਹਰ ਵਾੜੇ ਵਿੱਚ ਇੱਕ ਕੋਠਾ ਛੱਤ ਦੇਣਗੇ ਤੇ ਜਦੋਂ ਧਰਮ ਸਿੰਘ
ਆਪਣੀ ਧੀ ਢਿੱਲੀ ਦੇ ਮੂੰਹੋਂ ਇਹ ਗੱਲਾਂ ਸੁਣਦਾ ਹੈ ਤਾਂ ਉਸਦਾ ਮਨ ਭਰ ਆਉਂਦਾ ਹੈ ਅਤੇ ਉਸ ਦੇ ਉੱਪਰ ਬਹੁਤ ਡੂੰਘਾ ਅਸਰ ਹੁੰਦਾ ਹੈ। ਪਰ ਫਿਰ ਵੀ ਉਹ ਦਿਲ ਨੂੰ ਇੰਨਾ ਦੁਖੀ ਕਰਨ ਵਾਲੇ ਵਿਚਾਰਾਂ 'ਚੋਂ ਬੜੀ ਮੁਸ਼ਕਲ ਦੇ ਨਾਲ ਬਾਹਰ ਨਿਕਲਦਾ ਹੈ ਅਤੇ ਆਪਣੀ ਧੀ ਢਿੱਲੀ ਦੇ ਨਾਲ ਨਕਲੀ ਜਿਹਾ ਹਾਸਾ ਹੱਸਦਿਆਂ ਬੋਲਦਾ ਹੈ ਕਿ ਉਹ ਆਪਣੀ ਧੀ ਦੇ ਨਾਲ ਇਸ ਵਾੜੇ ਵਿੱਚ ਹੀ ਰਹਿ ਲਿਆ ਕਰੇਗਾ। ਠੀਕ ਹੈ। ਅਤੇ ਜਦੋਂ ਢਿੱਲੀ ਉਸ ਨੂੰ ਇਹ ਦਿਲਾਸਾ ਦਿੰਦੀ ਹੈ ਕਿ ਉਹ ਆਪਣੇ ਬਾਪੂ ਦੇ ਕੋਲ ਆ ਜਾਇਆ ਕਰੇਗੀ ਤਾਂ ਧਰਮ ਸਿੰਘ ਨੂੰ ਇੰਨੀਆਂ ਡੂੰਘੀਆਂ ਸੋਚਾਂ ਵਿੱਚ ਡੁੱਬਿਆ ਹੋਇਆਂ ਵੀ ਹਾਸਾ ਆ ਜਾਂਦਾ ਹੈ। ਠੀਕ ਹੈ। ਨੈਕਸਟ ਦੇਖੋ, ਚੰਗਾ ਬਾਪੂ ਤੂੰ ਰੋਟੀ ਖਾ ਲੈ, ਮੈਂ ਇੱਥੇ ਥਾਂ ਸੰਭਰਦਿਆਂ, ਕੂੜਾ ਹੀ ਕੂੜਾ ਪਿਆ ਏ ਇੱਥੇ ਤਾਂ, ਪਤਾ ਨਹੀਂ ਭਾਬੀ ਤੇ ਬੇਬੇ ਇੱਥੇ ਆ ਕੇ ਕੀ ਕਰਦੀਆਂ, ਵੇਖ ਤਾਂ ਸਹੀ ਕਿਵੇਂ ਗੰਦ ਹੀ ਗੰਦ ਖਿਲ ਰਿਹਾ ਹੈ। ਢਿੱਲੀ ਬੋਲਦੀ ਬੋਲਦੀ ਉੱਠ ਕੇ ਚਲੀ ਗਈ ਤੇ ਬੌਕਰ ਫੜ ਕੇ ਛੱਪਰ ਹੇਠੋਂ ਥਾਂ ਸੰਭਰਨ ਲੱਗ ਪਈ। ਹੁਣ ਇਸ ਤੋਂ ਬਾਅਦ ਜਦੋਂ ਢਿੱਲੀ ਆਪਣੇ ਪਿਤਾ ਨਾਲ ਗੱਲਾਂ ਕਰ ਰਹੀ ਸੀ ਤਾਂ ਉਸ ਸਮੇਂ ਉਹ ਆਪਣੇ ਬਾਪੂ ਨੂੰ ਆਖਦੀ ਹੈ ਕਿ ਉਹ ਰੋਟੀ ਖਾ ਲਵੇ ਅਤੇ ਉਹ ਛੱਪਰ ਦੇ ਹੇਠੋਂ ਸਫਾਈ ਕਰ ਦਿੰਦੀ ਹੈ ਕਿਉਂਕਿ ਪਹਿਲਾਂ ਹੀ ਇੱਥੇ ਬਹੁਤ ਹੀ ਕੂੜਾ ਪਿਆ ਹੋਇਆ ਹੈ ਅਤੇ ਨਾਲ ਹੀ ਉਹ ਆਪਣੀ ਬੇਬੇ ਅਤੇ ਭਾਬੀ ਦੀਆਂ ਬਦਖੋਈਆਂ ਕਰਦੀ ਹੈ ਕਿ ਉਹ ਇੱਥੇ ਆ ਕੇ ਚੰਗੀ ਤਰ੍ਹਾਂ ਸਫਾਈ ਨਹੀਂ ਕਰਦੀਆਂ। ਠੀਕ ਹੈ। ਨੈਕਸਟ ਦੇਖੋ, ਧਰਮ ਸਿੰਘ ਕਿੰਨਾ ਚਿਰ ਆਪਣੀ ਏਡੀ ਸਚਿਆਰੀ ਧੀ ਵੱਲ ਵੇਖਦਾ ਰਿਹਾ ਤੇ ਫਿਰ ਉਹਦੀਆਂ ਅੱਖਾਂ ਵਿੱਚੋਂ ਦੋ ਮੋਟੇ ਹੰਝੂ ਕਿਰ ਕੇ ਉਹਦੀਆਂ ਸੰਘਣੀਆਂ ਮੁੱਛਾਂ ਵਿੱਚ ਗੁਆਚ ਗਏ। ਰੋਟੀ ਉਹਨੇ ਚੁੱਕ ਕੇ ਪਾਸੇ ਰੱਖ ਦਿੱਤੀ ਤੇ ਨੀਵੀਂ ਪਾ ਕੇ ਗਰਨੇ ਕੱਢਦਿਆਂ ਮੁੜ ਡੂੰਘੀਆਂ ਸੋਚਾਂ ਵਿੱਚ ਡੁੱਬ ਗਿਆ। ਹੁਣ ਦੇਖੋ, ਜਦੋਂ ਧਰਮ ਸਿੰਘ ਢਿੱਲੀ ਦੇ ਮੂੰਹੋਂ ਸਾਰੀ ਸੱਚਾਈ ਸੁਣਦਾ ਹੈ ਤਾਂ ਉਸ ਸਮੇਂ ਉਸ ਦੀਆਂ ਅੱਖਾਂ ਵੀ ਭਰ ਆਉਂਦੀਆਂ ਹਨ ਅਤੇ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਡਿੱਗਦੇ ਹਨ। ਇਸ ਲਈ ਉਸ ਦਾ ਮਨ ਰੋਟੀ ਖਾਣ ਲਈ ਨਹੀਂ ਕਰਦਾ ਅਤੇ ਉਹ ਰੋਟੀ ਚੁੱਕ ਕੇ ਇੱਕ ਪਾਸੇ ਰੱਖ ਦਿੰਦਾ ਹੈ ਤੇ ਫਿਰ ਡੂੰਘੀਆਂ ਸੋਚਾਂ ਵਿੱਚ ਡੁੱਬਿਆ ਹੋਇਆ ਗਰਨੇ ਕੱਢਣੇ ਸ਼ੁਰੂ ਕਰ ਦਿੰਦਾ ਹੈ। ਨੈਕਸਟ ਦੇਖੋ ਬੇਟਾ, ਬਾਪੂ ਮੈਂ ਰੋਜ਼ ਸੰਭਰ ਕੇ ਜਾਇਆ ਕਰੂੰ, ਢਿੱਲੀ ਨੇ ਸੰਭਰਦਿਆਂ ਆਖਿਆ, ਫਿਰ ਆਪਾਂ ਇੱਥੇ ਹੀ ਪੈ ਜਿਆ ਕਰਾਂਗੇ, ਚੰਗਾ ਬਾਪੂ। ਚੰਗਾ ਪੁੱਤ, ਧਰਮ ਸਿੰਘ ਨੇ ਬਿਨਾਂ ਉਧਰ ਤੱਕਿਆਂ ਜਵਾਬ ਦਿੱਤਾ ਤੇ ਗਰਨੇ ਕੱਢੀ ਗਿਆ। ਢਿੱਲੀ ਥਾਂ ਸੰਭਰ ਕੇ ਮੁੜ ਆਈ ਤੇ ਧਰਮ ਸਿੰਘ ਕੋਲੋਂ ਆ ਕੇ ਫਿਰ ਪਹਿਲਾਂ ਵਾਂਗ ਹੀ ਬਹਿ ਗਈ। ਘੱਟੇ ਨਾਲ ਉਹਦਾ ਸਾਰਾ ਸਿਰ ਭਰ ਗਿਆ ਸੀ ਤੇ ਉੱਤੇ ਜੰਮੀ ਧੂੜ ਕਰਕੇ ਚਿਮਣੀਆਂ ਬੱਗੀਆਂ ਬੱਗੀਆਂ ਹੋ ਗਈਆਂ ਸਨ। ਪਰ ਢਿੱਲੀ ਦੇ ਚਿਹਰੇ ਉੱਤੇ ਕੀਤੇ ਕੰਮ ਦੀ ਤਸੱਲੀ ਭਰੀ ਮੁਸਕਾਨ ਸੀ। ਉਸ ਮੁਸਕਰਾਉਂਦਿਆਂ ਪੁੱਛਿਆ, ਬਾਪੂ ਰੋਟੀ ਖਾ ਲਈ? ਨਹੀਂ ਪੁੱਤ, ਅਜੇ ਭੁੱਖ ਨਹੀਂ। ਚੰਗਾ, ਭਾਂਡੇ ਮੈਂ ਫੇਰ ਲੈ ਜੂੰ, ਜਾਨੀ ਐ, ਫਿਰ ਜੇ ਚਿਰ ਲੱਗ ਗਿਆ ਤਾਂ ਐਵੇਂ ਬੇਬੇ ਚਿਰੜ ਚਿਰੜ ਕਰੂਗੀ। ਦੇਖੀ ਬਾਪੂ, ਆਪ ਤਾਂ ਕੰਮ ਦਾ ਡੱਕਾ ਨਹੀਂ ਤੋੜਦੀ, ਜਾਂ ਭਾਬੀ ਨੂੰ ਆਕੜ ਆਕੜ ਪਈ ਜਾਊ ਜਾਂ ਮੈਨੂੰ ਵਢੂ ਖਾਊ ਕਰੀ ਜਾਊ। ਮੈਂ ਬਾਪੂ ਭਲਾ ਕਿਹੜੇ ਵੇਲੇ ਸਕੂਲ ਜਾਵਾਂ, ਕਿਹੜੇ ਵੇਲੇ ਕੰਮ ਕਰਾਂ? ਕੋਈ ਨਹੀਂ ਪੁੱਤ, ਬੜੀ ਉਦਾਸ ਤੇ ਬੇਧਿਆਨੀ ਵਿੱਚ ਧਰਮ ਸਿੰਘ ਨੇ ਉਹਨੂੰ ਦਿਲਾਸਾ ਦਿੱਤਾ। ਇਸ ਤਰ੍ਹਾਂ ਜਦੋਂ ਢਿੱਲੀ ਆਪਣੇ ਬਾਪੂ ਨੂੰ ਇਹ ਆਖਦੀ ਹੈ ਕਿ ਉਹ ਹਰ ਰੋਜ਼ ਆ ਕੇ ਇੱਥੋਂ ਥਾਂ ਸੰਭਰ ਜਾਇਆ ਕਰੇਗੀ, ਠੀਕ ਹੈ, ਤਾਂ ਧਰਮ ਸਿੰਘ ਉਸ ਦੀ ਗੱਲ ਦਾ ਜਵਾਬ ਦਿੰਦਾ ਹੈ ਪਰ ਉਸ ਦੇ ਨਾਲ ਅੱਖਾਂ ਨਹੀਂ ਮਿਲਾਉਂਦਾ ਕਿਉਂਕਿ ਉਸ ਦੀਆਂ ਅੱਖਾਂ ਭਰੀਆਂ ਹੋਈਆਂ ਸਨ। ਅਤੇ ਜਦੋਂ ਢਿੱਲੀ ਥਾਂ ਸੰਭਰ ਕੇ ਵਾਪਸ ਆਉਂਦੀ ਹੈ ਤਾਂ ਉਸ ਸਮੇਂ ਉਸ ਦਾ ਸਾਰਾ ਸਿਰ ਘੱਟੇ ਮਿੱਟੀ ਨਾਲ ਭਰ ਗਿਆ ਸੀ ਤੇ ਇੱਥੋਂ ਤੱਕ ਕਿ ਉਸ ਦੀਆਂ ਅੱਖਾਂ ਦੀਆਂ ਜੋ ਚਿਮਣੀਆਂ ਸਨ ਉਹ ਵੀ ਘੱਟੇ ਦੇ ਨਾਲ ਬੱਗੀਆਂ ਬੱਗੀਆਂ ਭਾਵ ਕਿ ਚਿੱਟੀਆਂ ਚਿੱਟੀਆਂ ਹੋ ਗਈਆਂ ਸਨ। ਪਰ ਢਿੱਲੀ ਨੂੰ ਆਪਣੇ ਦੁਆਰਾ ਕੀਤੇ ਹੋਏ ਕੰਮ ਦੀ ਬੜੀ ਸੰਤੁਸ਼ਟੀ ਮਹਿਸੂਸ ਹੋ ਰਹੀ ਸੀ। ਇਸ ਲਈ ਉਹ ਮੁਸਕਰਾਉਂਦੇ ਹੋਏ ਆਪਣੇ ਬਾਪੂ ਨੂੰ ਪੁੱਛਦੀ ਹੈ ਕਿ ਉਸਨੇ ਰੋਟੀ ਖਾ ਲਈ ਹੈ ਅਤੇ ਜਦੋਂ ਧਰਮ ਸਿੰਘ ਉਸਨੂੰ ਇਹ ਦੱਸਦਾ ਹੈ ਕਿ ਉਸਨੇ ਅਜੇ ਰੋਟੀ ਨਹੀਂ ਖਾਧੀ ਤਾਂ ਉਸ ਸਮੇਂ ਢਿੱਲੀ ਇਹ ਆਖਦੀ ਹੈ ਕਿ ਉਹ ਫਿਰ ਆ ਕੇ ਭਾਂਡੇ ਲੈ ਜਾਵੇਗੀ ਅਤੇ ਨਾਲ ਹੀ ਉਹ ਆਪਣੇ ਬਾਪੂ ਨੂੰ ਆਪਣੀ ਬੇਬੇ ਦੇ ਸੁਭਾਅ ਦਾ ਹਵਾਲਾ ਦਿੰਦੇ ਹੋਏ ਆਖਦੀ ਹੈ ਕਿ ਉਸ ਦੀ ਬੇਬੇ ਖੁਦ ਤਾਂ ਕੰਮ ਦਾ ਡੱਕਾ ਨਹੀਂ ਤੋੜਦੀ ਭਾਵ ਕਿ ਕੋਈ ਕੰਮ ਨਹੀਂ ਕਰਦੀ, ਜਾਂ ਤਾਂ ਉਹ ਉਸ ਦੀ ਭਾਬੀ ਨੂੰ ਆਕੜ ਆਕੜ ਪਈ ਜਾਂਦੀ ਹੈ ਤੇ ਜਾਂ ਢਿੱਲੀ ਨੂੰ ਬੁਰਾ ਭਲਾ ਬੋਲਦੀ ਰਹਿੰਦੀ ਹੈ। ਠੀਕ ਹੈ। ਹੁਣ ਇਸ ਤੋਂ ਬਾਅਦ ਬੇਟਾ ਅਸੀਂ ਪੇਜ ਨੰਬਰ 75 ਦੀ ਰੀਡਿੰਗ ਸ਼ੁਰੂ ਕਰਨੀ ਹੈ। ਸਭ ਤੋਂ ਪਹਿਲਾਂ ਅਸੀਂ ਪੇਜ ਨੰਬਰ 75 ਦੇ ਔਖੇ ਸ਼ਬਦਾਂ ਦੇ ਅਰਥ ਕਰਾਂਗੇ। ਫਸਟ ਵਰਡ ਹੈ ਹੱਡ ਤੋੜਵੀਂ ਮਿਹਨਤ, ਸਖਤ ਮਿਹਨਤ। ਨੈਕਸਟ ਹੈ ਖੱਟੀ ਸੋਭਾ, ਕਮਾਈ ਹੋਈ ਇੱਜ਼ਤ। ਨੈਕਸਟ ਹੈ ਹੋਕਰਾ ਮਾਰਿਆ, ਉੱਚੀ ਆਵਾਜ਼ ਦਿੱਤੀ।
ਗੁੱਸਾ ਪੀ ਗਿਆ, ਅੰਦਰੋਂ ਅੰਦਰੀ ਗੁੱਸਾ ਬਰਦਾਸ਼ਤ ਕਰਨਾ। ਨੈਕਸਟ ਵਰਡ ਹੈ ਪੀੜ, ਦੁੱਖ, ਖਰਵੇ ਬੋਲ, ਰੁੱਖੇ ਬੋਲ। ਠੀਕ ਹੈ। ਹੁਣ ਇਸ ਤੋਂ ਬਾਅਦ ਦੇਖੋ 75 ਪੇਜ ਤੇ ਜੋ ਫਸਟ ਪੈਰਾ ਹੈ ਉਸ ਦੀ ਇੱਕ ਲਾਈਨ 74 ਪੇਜ ਤੇ ਹੈ। ਠੀਕ ਹੈ। ਭਿੱਲੀ ਦੇ ਘਰ ਨੂੰ ਮੁੜਨ ਪਿੱਛੋਂ ਧਰਮ ਸਿੰਘ ਦੇ ਮਨ ਵਿੱਚ ਵਿਚਾਰਾਂ ਦਾ ਇੱਕ ਸੰਘਰਸ਼ ਛਿੜ ਪਿਆ। ਇਹ ਵਿਚਾਰ ਉਹਨੂੰ ਸੰਘਣੇ ਕਾਲੇ ਬੱਦਲਾਂ ਵਾਂਗ ਜਾਪਦੇ ਸਨ, ਜਿਨ੍ਹਾਂ ਵਿੱਚੋਂ ਚਾਨਣ ਦੀ ਕੋਈ ਵੀ ਲੀਕ ਆਉਂਦੀ ਨਹੀਂ ਸੀ ਦਿਸਦੀ। ਤੇ ਇਸ ਹਨੇਰ ਘੁੱਪ ਵਿੱਚ ਧਰਮ ਸਿੰਘ ਦੀ ਸਾਰੀ ਉਮਰ ਦੀ ਹੱਡ ਤੋੜਵੀਂ ਮਿਹਨਤ ਤੇ ਖੱਟੀ ਸੋਭਾ ਗੁਆਚਦੀ ਜਾਪਦੀ ਸੀ। ਹੁਣ ਦੇਖੋ ਬੇਟਾ, ਇੱਥੇ ਦੱਸਿਆ ਗਿਆ ਹੈ ਕਿ ਜਦੋਂ ਭਿੱਲੀ ਵਾਪਸ ਘਰ ਚਲੇ ਜਾਂਦੀ ਹੈ ਤਾਂ ਉਸ ਸਮੇਂ ਧਰਮ ਸਿੰਘ ਦੇ ਮਨ ਵਿੱਚ ਵਿਚਾਰਾਂ ਦਾ ਸੰਘਰਸ਼ ਛਿੜ ਪੈਂਦਾ ਹੈ। ਭਾਵ ਕਿ ਉਸ ਦੇ ਮਨ ਵਿੱਚ ਕਈ ਵਿਚਾਰ ਪੈਦਾ ਹੁੰਦੇ ਹਨ ਤੇ ਇਹ ਵਿਚਾਰ ਉਸ ਨੂੰ ਸੰਘਣੇ ਕਾਲੇ ਬੱਦਲਾਂ ਵਾਂਗ ਜਾਪਦੇ ਹਨ ਕਿ ਕਈ ਬੁਰੇ ਵਿਚਾਰ ਉਸ ਦੇ ਮਨ ਵਿੱਚ ਆਉਂਦੇ ਹਨ, ਜਿਨ੍ਹਾਂ ਵਿੱਚੋਂ ਚਾਨਣ ਦੀ ਕੋਈ ਲੀਕ ਆਉਂਦੀ ਨਹੀਂ ਸੀ ਦਿਸਦੀ। ਉਸ ਨੂੰ ਕਿਤਿਓਂ ਕੋਈ ਉਮੀਦ ਨਜ਼ਰ ਨਹੀਂ ਆ ਰਹੀ ਸੀ ਅਤੇ ਇਹ ਸੋਚਾਂ ਸੋਚਦਿਆਂ ਹੀ ਉਸ ਦੇ ਮਨ ਵਿੱਚ ਖਿਆਲ ਆਉਂਦਾ ਹੈ ਕਿ ਉਸਨੇ ਸਾਰੀ ਉਮਰ ਸਖਤ ਮਿਹਨਤ ਕੀਤੀ ਹੈ, ਇੱਜ਼ਤ ਕਮਾਈ ਹੈ, ਪਰ ਹੁਣ ਉਸ ਨੂੰ ਇਹ ਮਹਿਸੂਸ ਹੋ ਰਿਹਾ ਸੀ ਕਿ ਉਸ ਦੀ ਕਮਾਈ ਹੋਈ ਇੱਜ਼ਤ ਮਿੱਟੀ ਵਿੱਚ ਰੁਲ ਜਾਵੇਗੀ। ਠੀਕ ਹੈ। ਨੈਕਸਟ ਦੇਖੋ, ਇਹਨਾਂ ਡੂੰਘੀਆਂ ਸੋਚਾਂ ਵਿੱਚ ਡੁੱਬਿਆ ਉਹ ਆਥਣ ਤਾਈਂ ਬਾਹਰਲੇ ਘਰ ਬੈਠਾ ਗਰਨੇ ਕੱਢਦਾ ਰਿਹਾ ਤੇ ਤਕੜੇ ਸੋਤੇ ਹੋਏ ਜਦੋਂ ਘਰ ਮੁੜਿਆ ਤਾਂ ਸਾਰੇ ਪਕਾ ਖਾ ਕੇ ਪੈ ਗਏ ਸਨ। ਉਸ ਦਰਵਾਜ਼ੇ ਦੇ ਬੂਹੇ ਦਾ ਕੁੰਡਾ ਖੜਕਾਇਆ ਤਾਂ ਪਿਛਲੇ ਅੰਦਰੋਂ ਪਿਆਂ ਹੀ ਧੰਨੋ ਨੇ ਹੋਕਰਾ ਮਾਰਿਆ, ਕੁੰਡਾ ਅੰਦਰ ਦੀ ਹੱਥ ਪਾ ਕੇ ਖੋਲ੍ਹ ਲੈ, ਮੰਜਾ ਤੇਰਾ ਇੱਥੇ ਦਰਵਾਜ਼ੇ 'ਚ ਡਾਇਆ ਪਿਆ ਏ। ਏਡੀ ਛੇਤੀ ਇੰਜ ਪਾਸੇ ਪਰਤ ਜਾਣਗੇ, ਧਰਮ ਸਿੰਘ ਨੂੰ ਇਹ ਖਿਆਲ ਨਹੀਂ ਸੀ ਆਇਆ। ਉਹਦਾ ਉਦਾਸ ਚਿੱਤ ਇੱਕ ਵਾਰ ਗੁੱਸੇ ਨਾਲ ਭੜਕਿਆ, ਪਰ ਫਿਰ ਸਿਆਣਪ ਸੋਚ ਕੇ ਉਹ ਗੁੱਸਾ ਪੀ ਗਿਆ। ਇਸ ਤਰ੍ਹਾਂ ਡੂੰਘੀਆਂ ਸੋਚਾਂ ਵਿੱਚ ਡੁੱਬਿਆ ਹੋਇਆ ਧਰਮ ਸਿੰਘ ਆਥਣ ਤੱਕ ਬਾਹਰਲੇ ਘਰ ਬੈਠਾ ਹੀ ਗਰਨੇ ਕੱਢਦਾ ਰਹਿੰਦਾ ਹੈ ਅਤੇ ਜਦੋਂ ਤਕੜੇ ਸੋਤੇ ਹੋਏ ਘਰ ਜਾਂਦਾ ਹੈ ਤਾਂ ਉਹ ਵੇਖਦਾ ਹੈ ਕਿ ਪਰਿਵਾਰ ਦੇ ਸਾਰੇ ਜੀਅ ਪਕਾ ਖਾ ਕੇ ਲੰਮੇ ਪੈ ਗਏ ਸਨ ਅਤੇ ਜਦੋਂ ਉਹ ਬੂਹੇ ਦਾ ਕੁੰਡਾ ਖੜਕਾਉਂਦਾ ਹੈ ਤਾਂ ਉਸਦੀ ਪਤਨੀ ਧੰਨੋ ਬੂਹਾ ਖੋਲ੍ਹਣ ਨਹੀਂ ਆਉਂਦੀ, ਬਲਕਿ ਅੰਦਰੋਂ ਹੀ ਉੱਚੀ ਸਾਰੀ ਆਵਾਜ਼ ਦਿੰਦੀ ਹੈ ਕਿ ਉਹ ਕੁੰਡਾ ਅੰਦਰ ਦੇ ਹੱਥ ਪਾ ਕੇ ਖੋਲ੍ਹ ਲਵੇ ਤੇ ਨਾਲ ਹੀ ਇਹ ਆਖਦੀ ਹੈ ਕਿ ਮੰਜਾ ਇੱਥੇ ਦਰਵਾਜ਼ੇ 'ਚ ਹੀ ਡਾਇਆ ਪਿਆ ਹੈ। ਠੀਕ ਹੈ। ਇਹ ਵੇਖ ਕੇ ਧਰਮ ਸਿੰਘ ਸੋਚਦਾ ਹੈ ਕਿ ਉਸਨੇ ਕਦੀ ਇਹ ਸੋਚਿਆ ਵੀ ਨਹੀਂ ਸੀ ਕਿ ਪਰਿਵਾਰ ਦੇ ਸਾਰੇ ਜੀਅ ਇਸ ਤਰ੍ਹਾਂ ਬਦਲ ਜਾਣਗੇ। ਇੱਕ ਵਾਰ ਤਾਂ ਉਸ ਨੂੰ ਬਹੁਤ ਗੁੱਸਾ ਆਉਂਦਾ ਹੈ, ਪਰ ਫਿਰ ਉਹ ਸਮਝਦਾਰੀ ਤੋਂ ਕੰਮ ਲੈਂਦਿਆਂ ਹੋਇਆਂ ਆਪਣਾ ਗੁੱਸਾ ਅੰਦਰੋਂ ਹੀ ਅੰਦਰ ਪੀ ਜਾਂਦਾ ਹੈ। ਠੀਕ ਹੈ। ਨੈਕਸਟ ਦੇਖੋ, ਤਖਤਿਆਂ ਵਿੱਚੋਂ ਦੀ ਹੱਥ ਪਾ ਕੇ ਉਸ ਕੁੰਡਾ ਖੋਲ੍ਹਿਆ। ਹਨੇਰਾ ਹੋਣ ਕਰਕੇ ਉਹਨੂੰ ਅੰਦਰ ਕੁਝ ਵੀ ਨਹੀਂ ਸੀ ਦਿਸ ਰਿਹਾ। ਤੱਕ ਨਾਲ ਹੀ ਟੋਹ ਟਾ ਕੇ ਆਪਣੇ ਮੰਜੇ ਤਾਈਂ ਅੱਪੜ ਗਿਆ। ਜੇ ਰੋਟੀ ਖਾਣੀ ਹੈ ਤਾਂ ਇੱਥੇ ਹਾਰੀ 'ਚ ਰੱਖੀ ਪਈ ਹੈ। ਉਹਨੇ ਪਹਿਲਾਂ ਵਾਂਗ ਅੰਦਰੋਂ ਧੰਨੋ ਦੀ ਰੁੱਖੀ ਆਵਾਜ਼ ਸੁਣੀ, ਪਰ ਕੋਈ ਜਵਾਬ ਦਿੱਤੇ ਬਿਨਾਂ ਉਹ ਮੰਜੇ 'ਤੇ ਪੈ ਗਿਆ। ਹੁਣ ਦੇਖੋ ਬੇਟਾ, ਧਰਮ ਸਿੰਘ ਜੋ ਦਰਵਾਜ਼ੇ ਦੇ ਤਖਤੇ ਸਨ ਉਹਨਾਂ ਵਿੱਚੋਂ ਦੀ ਆਪ ਹੀ ਹੱਥ ਪਾ ਕੇ ਕੁੰਡਾ ਖੋਲ੍ਹਦਾ ਹੈ ਤੇ ਕਾਫੀ ਹਨੇਰਾ ਸੀ, ਪਰ ਫਿਰ ਵੀ ਉਹ ਟੋਹ ਟਾ ਕੇ ਆਪਣੇ ਮੰਜੇ ਤੱਕ ਪਹੁੰਚ ਜਾਂਦਾ ਹੈ। ਉਸ ਸਮੇਂ ਧੰਨੋ ਫਿਰ ਰੁੱਖੀ ਆਵਾਜ਼ ਨਾਲ ਆਖਦੀ ਹੈ ਕਿ ਜੇਕਰ ਉਸਨੇ ਰੋਟੀ ਖਾਣੀ ਹੈ ਤੇ ਇੱਥੇ ਹਾਰੀ 'ਚ ਰੱਖੀ ਪਈ ਹੈ। ਠੀਕ ਹੈ। ਨੈਕਸਟ ਦੇਖੋ, ਅੱਜ ਇਹ ਸਾਰਾ ਕੁਝ ਇੰਨਾ ਕਿਵੇਂ ਬਦਲ ਗਿਆ। ਬੜੀ ਪੀੜ ਨਾਲ ਧਰਮ ਸਿੰਘ ਨੇ ਸੋਚਿਆ ਤੇ ਉਹਨੂੰ ਆਪਣਾ ਸਿਰ ਘੁੱਟਿਆ ਤੇ ਅੱਖਾਂ ਥੱਕੀਆਂ ਹੋਈਆਂ ਜਾਪੀਆਂ। ਇੱਕ ਬਿੰਦ ਹੋਰ ਖਿਆਲ ਆਇਆ, ਜੇ ਭੰਤੇ ਦੇ ਹਿੱਸੇ ਦੀ ਜ਼ਮੀਨ ਦੇ ਕੇ ਉਹਨੂੰ ਅੱਡ ਕਰ ਦਿਆਂ, ਪਰ ਪਿੰਡ ਵਿੱਚ ਏਡੀ ਆਪਣੀ ਇੱਜ਼ਤ ਦਾ ਖਿਆਲ ਕਰਕੇ ਉਹਨੂੰ ਇਹ ਖਿਆਲ ਬੜਾ ਹੀ ਓਪਰਾ ਜਾਪਿਆ। ਲੋਕ ਕੀ ਆਖਣਗੇ, ਪਹਿਲਾਂ ਪੁੱਤ ਨੂੰ ਮੋਹਰੀ ਬਣਾਤਾ, ਹੁਣ ਛਿੱਤਰੀ ਦਾਲ ਵੰਡੀ ਦੀ ਹੈ। ਫਿਟੇ ਮੂੰਹ ਅਜਿਹੀ ਘਰ ਵੱਖਰੀ ਦੇ। ਫਿਰ ਇਹਨਾਂ ਵਹਿਣਾਂ ਵਿੱਚੋਂ ਉਹ ਕਿਵੇਂ ਵੀ ਆਪਣੇ ਆਪ ਨੂੰ ਨਾ ਕੱਢ ਸਕਿਆ। ਅੱਧੀ ਰਾਤ ਤੋਂ ਮਗਰੋਂ ਤਾਈਂ ਉਹਨੂੰ ਨੀਂਦ ਨਾ ਆਈ। ਜਦੋਂ ਉਹ ਪਾਸਾ ਪਰਤਦਾ, ਧੰਨੋ ਦੇ ਖਰਵੇ ਬੋਲ ਜਿਵੇਂ ਰੋੜਿਆਂ ਵਾਂਗ ਉਹਦੀਆਂ ਵੱਖੀਆਂ ਵਿੱਚ ਚੁੱਭਦੇ। ਹੁਣ ਦੇਖੋ ਬੇਟਾ, ਜਦੋਂ ਧਰਮ ਸਿੰਘ ਘਰ ਆ ਜਾਂਦਾ ਹੈ ਤਾਂ ਮੰਜੇ 'ਤੇ ਲੰਮੇ ਪਿਆ ਸੋਚਦਾ ਹੈ ਕਿ ਉਸਨੇ ਕਦੇ ਸੋਚਿਆ ਨਹੀਂ ਸੀ
ਕਿ ਇੱਕ ਦਿਨ ਦੇ ਵਿੱਚ ਹੀ ਇੰਨਾ ਕੁਝ ਬਦਲ ਜਾਵੇਗਾ। ਇਹ ਸੋਚਾਂ ਸੋਚਦਿਆਂ ਉਸਨੂੰ ਆਪਣਾ ਸਿਰ ਬੜਾ ਭਾਰਾ ਜਿਹਾ ਅਤੇ ਅੱਖਾਂ ਥੱਕੀਆਂ ਹੋਈਆਂ ਮਹਿਸੂਸ ਹੁੰਦੀਆਂ ਨੇ। ਫਿਰ ਇੱਕ ਪਲ ਹੀ ਉਸਦੇ ਮਨ ਵਿੱਚ ਖਿਆਲ ਆਉਂਦਾ ਹੈ ਕਿ ਉਹ ਆਪਣੇ ਪੁੱਤਰ ਭੰਤੇ ਨੂੰ ਉਸਦੇ ਹਿੱਸੇ ਦੀ ਜ਼ਮੀਨ ਦੇ ਕੇ ਅੱਡ ਕਰ ਦੇਵੇਗਾ। ਪਰ ਫਿਰ ਉਹ ਪਿੰਡ ਵਿੱਚ ਆਪਣੀ ਬਣੀ ਹੋਈ ਇੱਜ਼ਤ ਬਾਰੇ ਸੋਚਦਾ ਹੈ ਕਿ ਲੋਕ ਕੀ ਆਖਣਗੇ। ਪਹਿਲਾਂ ਪੁੱਤ ਨੂੰ ਮੋਹਰੀ ਬਣਾ ਦਿੱਤਾ, ਭਾਵ ਕਿ ਪਹਿਲਾਂ ਪੁੱਤਰ ਨੂੰ ਕਰਤਾ ਧਰਤਾ ਬਣਾ ਕੇ ਅੱਗੇ ਲਾਇਆ ਸੀ ਤੇ ਹੁਣ ਛਿੱਤਰੀ ਦਾਲ ਵੰਡੀ ਦੀ ਹੈ ਕਿ ਹੁਣ ਘਰ ਵਿੱਚ ਉਹ ਕਲੇਸ਼ ਪਾ ਕੇ ਉਸ ਨੂੰ ਵੱਖ ਕਰੇਗਾ ਕਿ ਹੁਣ ਉਸ ਕੋਲ ਆਪਣੇ ਪੁੱਤਰ ਦੀਆਂ ਗੱਲਾਂ ਹੀ ਬਰਦਾਸ਼ਤ ਨਹੀਂ ਹੁੰਦੀਆਂ। ਠੀਕ ਹੈ, ਇਸ ਤਰ੍ਹਾਂ ਉਹ ਕਾਫੀ ਸਮੇਂ ਤੱਕ ਆਪਣੇ ਆਪ ਨੂੰ ਇਹਨਾਂ ਵਿਚਾਰਾਂ ਵਿੱਚੋਂ ਬਾਹਰ ਨਹੀਂ ਕੱਢ ਪਾਉਂਦਾ। ਇੱਥੋਂ ਤੱਕ ਕਿ ਉਸ ਨੂੰ ਅੱਧੀ ਰਾਤ ਤੱਕ ਵੀ ਨੀਂਦ ਨਹੀਂ ਆਉਂਦੀ ਅਤੇ ਉਹ ਜਦੋਂ ਵੀ ਪਾਸਾ ਪਰਤਦਾ ਹੈ ਤਾਂ ਉਸ ਸਮੇਂ ਆਪਣੀ ਪਤਨੀ ਧੰਨੋ ਦੁਆਰਾ ਬੋਲੇ ਹੋਏ ਰੁੱਖੇ ਬੋਲ ਇਸ ਤਰ੍ਹਾਂ ਵੱਖੀਆਂ ਵਿੱਚ ਚੁੱਭਦੇ ਹਨ ਜਿਵੇਂ ਰੋੜੇ ਹੋਣ। ਠੀਕ ਹੈ, ਨੈਕਸਟ ਦੇਖੋ ਬੇਟਾ। ਤੇ ਉਧਰ ਕੁੱਕੜ ਦੀ ਬਾਂਗ ਨਾਲ ਜਦੋਂ ਜਗਸੀਰ ਦੀਆਂ ਅੱਖਾਂ ਮਿਚੀਆਂ ਤਾਂ ਧਰਮ ਸਿੰਘ ਦੀਆਂ ਅੱਖਾਂ ਦੀ ਰੜਕ ਵੀ ਕੂਲੀ ਨੀਂਦ ਨੇ ਘਟਾ ਦਿੱਤੀ, ਪਰ ਅੰਦਰਲੀ ਚੀਜ਼ ਸੁਪਨਿਆਂ ਦੇ ਓਪਰੇ ਆਕਾਰ ਬਣ ਕੇ ਉਹਨਾਂ ਦੀ ਮਨੁੱਖੀ ਦੁਨੀਆ ਦੇ ਅੰਬਰਾਂ ਦਾ ਰੰਗ ਕਸਮੈਲਾ ਕਰਦੀ ਰਹੀ। ਯੈਸ ਬੇਟਾ, ਹੁਣ ਇੱਥੇ ਦੱਸਿਆ ਗਿਆ ਹੈ ਕਿ ਸਾਰੀ ਰਾਤ ਨਾ ਤਾਂ ਧਰਮ ਸਿੰਘ ਨੂੰ ਨੀਂਦ ਆਈ ਸੀ ਅਤੇ ਨਾ ਹੀ ਜਗਸੀਰ ਨੂੰ, ਕਿਉਂਕਿ ਦੋਵੇਂ ਬਹੁਤ ਦੁਖੀ ਸਨ। ਜਗਸੀਰ ਆਪਣੇ ਖੇਤਾਂ ਵਿੱਚ ਲੱਗੀ ਹੋਈ ਟਾਹਲੀ ਵੱਡੇ ਜਾਣ ਕਾਰਨ ਬਹੁਤ ਦੁਖੀ ਸੀ ਅਤੇ ਦੂਸਰੇ ਪਾਸੇ ਧਰਮ ਸਿੰਘ ਆਪਣੇ ਪਰਿਵਾਰ ਦੇ ਰੁੱਖੇ ਵਤੀਰੇ ਕਾਰਨ ਬਹੁਤ ਦੁਖੀ ਸੀ। ਇਸੇ ਕਾਰਨ ਹੀ ਉਹਨਾਂ ਨੂੰ ਸਾਰੀ ਰਾਤ ਨੀਂਦ ਨਹੀਂ ਆਈ ਸੀ ਅਤੇ ਜਦੋਂ ਦਿਨ ਚੜ੍ਹਨ ਵਾਲਾ ਸੀ ਤਾਂ ਉਸ ਸਮੇਂ ਉਹਨਾਂ ਦੀਆਂ ਅੱਖਾਂ ਦੀ ਰੜਕ ਸੀ ਜੋ ਉਹ ਕੂਲੀ ਨੀਂਦ ਨੇ ਘਟਾ ਦਿੱਤੀ ਸੀ, ਭਾਵ ਕਿ ਉਸ ਸਮੇਂ ਉਹਨਾਂ ਨੂੰ ਨੀਂਦ ਆ ਰਹੀ ਸੀ। ਹੁਣ ਬੇਸ਼ੱਕ ਧਰਮ ਸਿੰਘ ਅਤੇ ਜਗਸੀਰ ਦੋਹਾਂ ਨੂੰ ਨੀਂਦ ਆ ਗਈ ਸੀ, ਪਰ ਫਿਰ ਵੀ ਜੋ ਉਹਨਾਂ ਦੇ ਅੰਦਰਲੀ ਚੀਜ਼ ਸੀ, ਜੋ ਉਹਨਾਂ ਦੇ ਅੰਦਰਲਾ ਦੁੱਖ ਸੀ, ਉਹ ਵੀ ਸੁਪਨਿਆਂ ਦੇ ਰੂਪ ਵਿੱਚ ਪ੍ਰਗਟ ਹੋ ਰਿਹਾ ਸੀ ਅਤੇ ਇਸ ਤਰ੍ਹਾਂ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਦਾ ਅਹਿਸਾਸ ਹੋ ਰਿਹਾ ਸੀ। ਓਕੇ ਬੇਟਾ, ਇੱਥੇ ਤੱਕ ਹੁਣ ਸਾਡੀ ਕਾਂਡ ਨੰਬਰ 9 ਦੀ ਰੀਡਿੰਗ ਕੰਪਲੀਟ ਹੋ ਗਈ ਹੈ ਅਤੇ ਹੁਣ ਤੁਸੀਂ ਪੇਜ ਨੰਬਰ 73 ਤੋਂ 75 ਤੱਕ ਫੁੱਲ ਕਾਂਡ ਜੋ ਹੈ ਉਸ ਨੂੰ ਦੁਬਾਰਾ ਰੀਡ ਕਰਨਾ ਹੈ। ਠੀਕ ਹੈ, ਓਕੇ ਬੇਟਾ, ਥੈਂਕ ਯੂ।